Hello everyone, I welcome you all to my YouTube channel. Today we will discuss set 2 of our GS MCQ series. ਇਹਦਾ set 1 मैं already discuss ਕਰ ਚੁੱਕਾ ਪੰਜਾਬੀ ਵਿੱਚ ਤੇ ਇਹ ਵੀਡੀਓ ਵੀ ਸਾਰੀ ਦੀ ਸਾਰੀ ਪੰਜਾਬੀ ਵਿੱਚ ਰਹੇਗੀ, ਠੀਕ ਹੈ। ਤੇ ਜ਼ਰੂਰ ਤੁਸੀਂ ਐਂਡ ਤੱਕ ਵੀਡੀਓ ਦੇਖਣੀ ਹੈ ਤੇ ਕੋਈ ਵੀ ਕੁਐਰੀ ਹੋਏ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਫਿਰ ਮੇਰੀ ਇੰਸਟਾਗ੍ਰਾਮ ਆਈਡੀ ਤੇ ਮੈਨੂੰ ਪੁੱਛ ਸਕਦੇ ਹੋ। ਤੇ ਇਸ ਤੋਂ ਇਲਾਵਾ ਇਸ ਪਰਟੀਕੂਲਰ ਵੀਡੀਓ ਦੀ ਜਿਹੜੀ PDF ਹੈ ਉਹ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ GS with Udit ਸਰ 'ਚ ਮਿਲ ਜਾਏਗੀ। ਤੇ ਜੇ ਤੁਸੀਂ ਪੜ੍ਹਨ ਬੈਠੇ ਹੋ ਤਾਂ ਪ੍ਰੋਪਰ ਕਾਪੀ ਪੈਨ ਲੈ ਕੇ ਬੈਠਣਾ ਹੈ ਤਾਂ ਕਿ ਤੁਸੀਂ ਜੋ ਵੀ ਮੈਂ ਐਕਸਟਰਾ ਪੁਆਇੰਟ ਨਾਲ ਦੀ ਨਾਲ ਦੱਸੂਗਾ ਉਹ ਤੁਸੀਂ ਸਾਰੇ ਨੋਟ ਕਰਦੇ ਜਾਓ, ਠੀਕ ਹੈ। ਤੇ ਟਾਈਮ ਵੇਸਟ ਕੀਤੇ ਬਿਨਾ ਅਸੀਂ ਕੁਐਸਚਨ ਸਟਾਰਟ ਕਰਦੇ ਹਾਂ ਆਪਣਾ। ਤੇ ਇਹ ਵੀਡੀਓ ਜਿਹੜੀ ਮੈਂ ਬਣਾ ਰਿਹਾ ਤੁਹਾਨੂੰ ਹੈ ਨਾ, ਤੁਸੀਂ ਜਿਹੜੀ ਦੇਖ ਰਹੇ ਹੋ ਇਹ ਤੁਹਾਡੇ ਆਉਣ ਵਾਲੇ ਸਾਰੇ ਐਗਜ਼ਾਮ ਚਾਹੇ PSSB ਜਾਂ SSC ਵੀ ਲਗਾ ਲਓ ਜਾਂ PPSC, ਕੋਈ ਵੀ ਐਗਜ਼ਾਮ ਤੁਸੀਂ ਦੇਣ ਜਾ ਰਹੇ ਹੋ ਸਾਰੇ ਐਗਜ਼ਾਮਸ ਲਈ ਇਹ ਵੀਡੀਓ ਇੰਪੋਰਟੈਂਟ ਰਹੇਗੀ। ਤੇ ਅੱਜ ਦਾ ਪਹਿਲਾ ਕੁਐਸਚਨ ਆਪਾਂ ਦੇਖਦੇ ਹਾਂ ਕੀ ਹੈ। ਦ ਸਟ੍ਰੇਟ ਦੈਟ ਸੈਪਰੇਟਸ ਯੂਰਪ ਫਰੋਮ ਅਫਰੀਕਾ ਇਜ਼। ਦੇਖੋ ਹੁਣ ਇਹ 'ਚ ਆਪਾਂ ਸਭ ਤੋਂ ਪਹਿਲਾਂ ਸਮਝਾਂਗੇ ਕਿ ਸਟ੍ਰੇਟ ਕੀ ਹੁੰਦਾ। ਦੇਖੋ ਹੁੰਦਾ ਕੀ ਹੈ, ਦੇਖੋ ਇੱਕ ਮੰਨ ਲਓ ਇੱਕ ਲੈਂਡ ਮਾਸ ਇਹ ਹੈ, ਇੱਕ ਲੈਂਡ ਮਾਸ ਇਹ ਹੈ, ਠੀਕ ਹੈ। ਮੰਨ ਲਓ ਇਹ ਲੈਂਡ ਮਾਸ ਕਿਹੜਾ ਹੈ ਇੰਡੀਆ, ਇਹ ਲੈਂਡ ਮਾਸ ਕਿਹੜਾ ਹੈ ਸ਼੍ਰੀਲੰਕਾ। ਤੇ ਇਹ ਕਨੈਕਟ ਕਰੂਗੀ ਦੋ ਵਾਟਰ ਬੋਡੀਜ਼ ਨੂੰ W2 W1। ਇੱਕ ਵਾਟਰ ਬੋਡੀ ਕੋਈ ਹੈ W1, ਦੂਜੀ ਵਾਟਰ ਬੋਡੀ ਕੋਈ ਹੈ W2। ਤੇ ਜਿਹੜਾ ਇਹ ਵਾਲਾ ਰਸਤਾ ਹੋਏਗਾ ਨਾ ਜਿਹੜਾ ਦੋ ਵਾਟਰ ਬੋਡੀਜ਼ ਨੂੰ ਕਨੈਕਟ ਕਰ ਰਿਹਾ ਤੇ ਜਿਹੜਾ ਲਾਈ ਕਰਦਾ ਦੋ ਲੈਂਡ ਮਾਸਿਸ ਦੇ ਵਿੱਚ, ਇਹਨੂੰ ਆਪਾਂ ਕੀ ਕਹਿੰਦੇ ਆ, ਇਹਨੂੰ ਆਪਾਂ ਸਟ੍ਰੇਟ ਕਹਿੰਦੇ ਆ। ਕੀ ਕਹਿੰਦੇ ਆ? ਸਟ੍ਰੇਟ। ਜਿਵੇਂ ਕਿ ਇੰਡੀਆ ਤੇ ਸ਼੍ਰੀਲੰਕਾ ਦੇ ਵਿੱਚ ਜਿਹੜਾ ਸਟ੍ਰੇਟ ਪਾਇਆ ਜਾਂਦਾ ਉਹਨੂੰ ਕੀ ਬੋਲਦੇ ਆ? ਪਾਕ ਸਟ੍ਰੇਟ ਬੋਲਦੇ ਆ। ਕੀ ਬੋਲਦੇ ਆ? ਪਾਕ ਸਟ੍ਰੇਟ। ਸਮਝ ਗਏ ਮੇਰੀ ਗੱਲ, ਠੀਕ ਹੈ। ਤੇ ਹੁਣ ਇਹ 'ਚ ਕੀ ਕਹਿ ਰਹੇ ਆ, ਯੂਰਪ ਨੂੰ ਅਫਰੀਕਾ ਤੋਂ ਕਿਹੜਾ ਸਟ੍ਰੇਟ ਸੈਪਰੇਟ ਕਰਦਾ ਹੈ, ਠੀਕ ਹੈ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਸਟ੍ਰੇਟ ਆਫ ਜਿਬਰਾਲਟਰ। ਹੁਣ ਆਹ ਦੇਖੋ ਇਹ ਫੋਟੋ 'ਤੇ ਤੁਸੀਂ ਧਿਆਨ ਦਿਓ, ਉੱਤੇ ਹੋ ਗਿਆ ਆਪਣਾ ਯੂਰਪ, ਥੱਲੇ ਹੋ ਗਿਆ ਅਫਰੀਕਾ, ਯੂਰਪ ਕੰਟੀਨੈਂਟ ਅਫਰੀਕਨ ਕੰਟੀਨੈਂਟ। ਤੇ ਇਹ ਕਿਹਨੂੰ ਕਨੈਕਟ ਕਰ ਰਿਹਾ? ਐਟਲਾਂਟਿਕ ਓਸ਼ਨ ਤੇ ਮੈਡੀਟਰੇਨੀਅਨ ਸੀ। ਮੈਂ ਤੁਹਾਨੂੰ ਇਹੀ ਕਿਹਾ ਨਾ, ਦੋ ਲੈਂਡ ਮਾਸਿਸ ਦੇ ਵਿੱਚ ਇੱਕ ਜਿਹੜਾ ਪੈਸੇਜ ਹੋਏਗਾ ਜਿਹੜਾ ਕਿ ਦੋ ਵਾਟਰ ਬੋਡੀਜ਼ ਨੂੰ ਕਨੈਕਟ ਕਰ ਰਿਹਾ। ਤੇ ਇੱਥੇ ਵਾਟਰ ਬੋਡੀਜ਼ ਕਿਹੜੀਆਂ ਹੋ ਗਈਆਂ? ਐਟਲਾਂਟਿਕ ਓਸ਼ਨ ਹੋ ਗਈ, ਇੱਕ ਕਿਹੜੀ ਹੋ ਗਈ? ਮੈਡੀਟਰੇਨੀਅਨ ਸੀ ਹੋ ਗਈ। ਤੇ ਇਹ ਹੋ ਗਿਆ ਆਪਣਾ ਸਟ੍ਰੇਟ ਆਫ ਜਿਬਰਾਲਟਰ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਸਟ੍ਰੇਟ ਆਫ ਜਿਬਰਾਲਟਰ। ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਆਪਣਾ ਇਹ ਹੈ ਪਾਕ ਸਟ੍ਰੇਟ ਹੈ, ਇਹ ਕਿਹਦੇ 'ਚ ਲਾਈ ਕਰਦਾ? ਇੰਡੀਆ ਤੇ ਸ਼੍ਰੀਲੰਕਾ। ਤੇ ਇੱਕ ਇਹ ਬੇਰਿੰਗ ਸਟ੍ਰੇਟ, ਇਹ ਬੜਾ ਪੁੱਛਿਆ ਜਾਂਦਾ ਐਗਜ਼ਾਮ 'ਚ। ਬੇਰਿੰਗ ਸਟ੍ਰੇਟ ਜੋ ਹੈ ਇਹ ਕਿਹਦੇ ਵਿੱਚ ਲਾਈ ਕਰਦਾ? ਤੇ ਇਹ ਲਾਈ ਕਰਦਾ ਅਲਾਸਕਾ। ਇੱਕ ਹੋ ਗਿਆ ਆਪਣਾ ਅਲਾਸਕਾ ਤੇ ਰਸ਼ੀਆ ਦੇ ਵਿੱਚ। ਇਹ ਕੁਐਸਚਨ ਬਹੁਤ ਵਾਰੀ ਰਿਪੀਟ ਹੋਇਆ ਐਗਜ਼ਾਮ 'ਚ, ਬਹੁਤ ਵਾਰੀ, ਠੀਕ ਹੈ। ਤੇ ਇੰਪੋਰਟੈਂਟ ਪੁਆਇੰਟ ਹੈ, ਤੁਸੀਂ ਯਾਦ ਰੱਖਣਾ। ਤੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ ਹੈ ਕਿ ਹੁੱਕ ਸਟ੍ਰੇਟ ਜੋ ਹੈ ਉਹ ਕਿਹੜੇ ਲੈਂਡ ਮਾਸਿਸ ਦੇ ਵਿੱਚ ਹੈ ਤੇ ਕਿਹੜੀ ਦੋ ਵਾਟਰ ਬੋਡੀਜ਼ ਨੂੰ ਕਨੈਕਟ ਕਰਦਾ। ਜੇ ਨਹੀਂ ਪਤਾ ਹਜੇ ਸਰਚ ਕਰੋ ਤੇ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦਿਓ। ਲੋ ਇਹ ਹੋ ਗਿਆ ਸਾਡਾ ਆਪਣਾ ਪਹਿਲਾ ਕੁਐਸਚਨ। ਹੁਣ ਦੂਜਾ ਕੁਐਸਚਨ ਕੀ ਹੈ? ਆਫਟਰ ਇੰਡੀਪੈਂਡੈਂਸ ਇਨ ਵਿਚ ਈਅਰ ਵਰ ਦ ਇੰਡੀਅਨ ਸਟੇਟਸ ਰਿਕੋਗਨਾਈਜ਼ਡ ਔਨ ਦ ਲਿੰਗੁਇਸਟਿਕ ਬੇਸਿਸ। ਯਾਨੀ ਕਿ ਦੇਖੋ ਕੀ ਕੁਐਸਚਨ ਕੀ ਕਹਿ ਰਿਹਾ, ਭਾਸ਼ਾ ਦੇ ਆਧਾਰ ਤੇ ਇੰਡੀਆ 'ਚ ਜਿਹੜੀ ਸਟੇਟਸ ਦੀ ਦੁਬਾਰਾ ਤੋਂ ਰੀਆਰਗਨਾਈਜੇਸ਼ਨ ਹੈ ਉਹ ਕਦੋਂ ਹੋਈ ਸੀ? ਤੇ ਦੇਖੋ ਇਸ ਕੁਐਸਚਨ ਦਾ ਆਨਸਰ ਜੋ ਹੈਗਾ ਨਾ ਉਹ ਹੈ 1956। ਥੋੜਾ ਆਪਾਂ ਦੇਖਦੇ ਹਾਂ। 1953 ਦੀ ਗੱਲ ਹੈ, ਇੰਡੀਆ 'ਚ ਪਹਿਲੀ ਵਾਰੀ ਲੈਂਗੁਏਜ ਦੇ ਬੇਸਿਸ ਤੇ ਇੱਕ ਸਟੇਟ ਬਣੀ ਸੀ ਜਿਹਨੂੰ ਆਪਾਂ ਕੀ ਕਹਿੰਦੇ ਆ? ਆਂਧਰਾ ਪ੍ਰਦੇਸ਼। ਤੇ ਆਂਧਰਾ ਪ੍ਰਦੇਸ਼ ਬਣਾਉਣ 'ਚ ਇੱਕ ਪੋਲੀਟੀਸ਼ੀਅਨ ਸੀਗੇ, ਉਹਨਾਂ ਦਾ ਨਾਮ ਸੀਗਾ ਸ਼੍ਰੀਰਾਮ ਮੱਲੂ। ਇਹਨਾਂ ਦਾ ਇੱਕ ਬੜਾ ਇੰਪੋਰਟੈਂਟ ਕੰਟਰੀਬਿਊਸ਼ਨ ਮੰਨਿਆ ਜਾਂਦਾ ਹੈ ਕਿ ਇਹਨਾਂ ਨੇ ਹੰਗਰ ਸਟ੍ਰਾਈਕ ਵਗੈਰਾ ਕੀਤੀ ਸ਼੍ਰੀਰਾਮ ਮੱਲੂ ਨੇ। ਤੇ ਇੱਕ ਅੰਦੋਲਨ ਕੀਤਾ ਜਿਹਨੂੰ ਕੀ ਬੋਲਦੇ? ਵਿਸ਼ਾਲ ਆਂਧਰਾ ਅੰਦੋਲਨ। ਵਿਸ਼ਾਲ ਆਂਧਰਾ ਅੰਦੋਲਨ ਜਿਹਨੂੰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੋਇਆ ਸੀ? ਇਹਨਾਂ ਦੀ ਡੈਥ ਹੋ ਗਈ ਸੀ ਅੰਦੋਲਨ ਦੇ ਦੌਰਾਨ, ਇਹਨਾਂ ਦੀ ਡੈਥ ਹੋ ਗਈ ਸੀ। ਤੇ ਸਰਕਾਰ ਤੇ ਪ੍ਰੈਸ਼ਰ ਆਇਆ ਤੇ ਸਰਕਾਰ ਨੇ ਪਹਿਲੀ ਵਾਰੀ ਭਾਸ਼ਾ ਦੇ ਆਧਾਰ ਤੇ ਕਿਹੜੀ ਸਟੇਟ ਬਣਾਈ ਸੀ? ਆਂਧਰਾ ਪ੍ਰਦੇਸ਼, ਸਾਲ 1953 'ਚ। ਯਾਨੀ ਕਿ ਯਾਰ ਦੇਖੋ ਉਸ ਟਾਈਮ ਤੇ ਨਾ ਮਦਰਾਸ ਤੋਂ ਸੈਪਰੇਟ ਕਰਕੇ ਕੀ ਬਣਾਈ ਗਈ ਸੀ? ਆਂਧਰਾ ਪ੍ਰਦੇਸ਼ ਬਣਾਈ ਗਈ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਕੀ ਹੁੰਦਾ? ਇੱਕ ਕਮਿਸ਼ਨ ਬਣਦਾ ਜਿਹਨੂੰ ਆਪਾਂ ਕੀ ਬੋਲਦੇ ਹਾਂ? ਫਜ਼ਲ ਅਲੀ ਕਮਿਸ਼ਨ ਬੋਲਦੇ ਹਾਂ। ਕੀ ਬੋਲਦੇ ਹਾਂ? ਫਜ਼ਲ ਅਲੀ ਕਮਿਸ਼ਨ। ਤੇ ਫਜ਼ਲ ਅਲੀ ਦੀ ਰਿਕਮੈਂਡੇਸ਼ਨਸ ਤੋਂ ਬਾਅਦ, ਫਜ਼ਲ ਅਲੀ ਕਮਿਸ਼ਨ ਦੀ ਰਿਕਮੈਂਡੇਸ਼ਨ ਤੋਂ ਬਾਅਦ ਕੀ ਹੁੰਦਾ? ਸਟੇਟ ਰੀਆਰਗਨਾਈਜੇਸ਼ਨ ਐਕਟ ਪਾਸ ਹੁੰਦਾ 1956 'ਚ। ਸਟੇਟ ਰੀਆਰਗਨਾਈਜੇਸ਼ਨ ਐਕਟ ਪਾਸ ਹੁੰਦਾ 1956 'ਚ। ਤੇ ਇੰਡੀਆ 'ਚ ਭਾਸ਼ਾ ਦੇ ਆਧਾਰ ਤੇ 14 ਸਟੇਟਸ ਬਣਾਈ ਜਾਂਦੀਆਂ, 14 ਸਟੇਟਸ ਤੇ ਨਾਲ ਦੀ ਨਾਲ ਕਿੰਨੀ ਯੂਟੀਜ਼? 6 ਯੂਟੀਜ਼ ਬਣਾਈ ਜਾਂਦੀਆਂ, ਠੀਕ ਹੈ, ਭਾਸ਼ਾ ਦੇ ਆਧਾਰ ਤੇ। ਲਾਈਕ ਫੋਰ ਐਗਜ਼ਾਮਪਲ ਜੇ ਮੈਂ ਐਗਜ਼ਾਮਪਲ ਇੱਥੇ ਦੇਵਾਂ, ਜਿਵੇਂ ਆਪਣਾ ਪੰਜਾਬ ਹੈ ਜਿਹੜਾ ਹੈ ਨਾ, ਪੰਜਾਬ ਨੂੰ ਉਸ ਟਾਈਮ ਕਿਹਦੇ ਨਾਲ ਮਰਜ ਕੀਤਾ ਗਿਆ ਸੀ? ਪੈਪਸੂ ਨਾਲ। ਦੈਟ ਇਜ਼ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ। ਇਹਦੇ ਨਾਲ ਮਰਜ ਕਰਕੇ ਇੱਕ ਪੰਜਾਬ ਬਣਾਤਾ ਜਿਹੜਾ ਆਪਣਾ ਅੱਜ ਦਾ ਪੰਜਾਬ ਹੈ। ਹਾਲਾਂਕਿ ਇਸ ਤੋਂ ਬਾਅਦ 'ਚੋਂ ਹਰਿਆਣਾ ਨਿਕਲ ਗਿਆ ਸੀ,
ठीक है। बट पंजाब च की मर्ज होया सी, पैप्सू मर्ज होया सी। ते इस तो इलावा अजमेर स्टेट जिहड़ी हैगी है, अजमेर स्टेट नूं किहदे च मर्ज किया गया सी, इहनूं मर्ज किया गया सी राजस्थान च। किहदे च मर्ज किया गया सी, इहनूं राजस्थान च मर्ज किया गया सी। समझ गए मेरी गल, ठीक है। तो होर जे मैं एग्जाम्पल इत्थे लवां तो हैदराबाद स्टेट नूं, हैदराबाद जिहड़ी स्टेट है उन्होंने किहदे नाल मर्ज किया गया सी, आंध्रा प्रदेश, क्योंकि ये सारे वो रीजन सीगे जिथे इक्को तरीके की भाषा बोली जाती सी, ठीक है। तां करके उन्होंने डिसाइड किया कि आप इन्हां रीजनस नूं की करांगे, मर्ज करांगे। समझ गए मेरी गल, ओके। बाउंडेड लेबर एक्ट 1976 इट इज रिलेटेड टू वट, एक किस तो रिलेटेड है, ये आर्टिकल्स दिते हुए अपने, ये की है बई, सारे आर्टिकल्स किहदे च आंदे, ये आंदे जी फंडामेंटल राइट्स, फंडामेंटल राइट्स। संविधान का किहड़ा पार्ट फंडामेंटल राइट्स नाल डील करदा है, ते देखो इहदा क्वेश्चन दा आंसर है पार्ट नंबर 3। पार्ट नंबर 3 के अकॉर्डिंग किन्ने फंडामेंटल राइट्स ने, 6 फंडामेंटल राइट्स ने। पहला किन्ने सीगे, पहला 7 सीगे, हुण किन्ने रह गए, हुण 6 रह गए। एक जो है वो घटा दिता गया, तो जिहड़ा घटाया गया वो किहड़ा है, राइट टू प्रॉपर्टी हुण एक फंडामेंटल राइट नहीं है बच्चों, ठीक है। ये हुण फंडामेंटल राइट नहीं है, ये हुण की बन चुका है, एक लीगल राइट है जी। किहड़ा राइट है, एक लीगल राइट है। तो हुण इहदे वास्ते आर्टिकल किहड़ा 300A चेंज किया गया ना कॉन्स्टिट्यूशन च, किहड़ी अमेंडमेंट तो बाद चेंज किया गया, 44th अमेंडमेंट 1978 तो बाद ये चेंज किया गया, ठीक है, ओके। तो इस क्वेश्चन के जो मैं आंसर की गल करा, इस क्वेश्चन का आंसर है आर्टिकल नंबर 23। आर्टिकल 23 को की बोलता है, ह्यूमन ट्रैफिकिंग, प्रोहिबिशन ऑफ ह्यूमन ट्रैफिकिंग। ह्यूमन ट्रैफिकिंग का मतलब है इंसानों को खरीदना बेचना, ह्यूमन ट्रैफिकिंग। तो नाल की हो गया, नाल हो गया जी फोर्स्ड लेबर, फोर्स्ड लेबर यानी कि बंधवा मजदूरी, इतने भी रोक लगाई गई है। समझ गए, ओके। नेक्स्ट क्वेश्चन अपना, हु अमंग द फॉलोइंग डिड नॉट प्रोवाइड असिस्टेंस टू द ब्रिटिशर्स टू सप्रेस द रिवोल्ट ऑफ 1857। सानू पता है 1857 का रिवोल्ट होया सी, ਉਹਦੇ 'ਚ यार कई रीजन सीगे, ठीक है। कई लोग सीगे ਜਿਹੜੇ ਪੋਲੀਟੀਕਲ ਰੀਜ਼ਨਸ ਦੇ ਕਾਰਨ ਅੰਗਰੇਜ਼ਾਂ ਤੋਂ ਦੁਖੀ ਸੀਗੇ, ਅੰਗਰੇਜ਼ਾਂ ਤੋਂ ਨਾਰਾਜ਼ ਸੀਗੇ। ਉਹਨਾਂ 'ਚੋਂ ਕਈ ਲੋਕ ਸੀਗੇ ਤੇ ਉਹਨਾਂ 'ਚੋਂ ਇੱਕ ਸੀਗੀ ਅਵਧ। ਜਿਹੜੀ ਅਵਧ ਸੀਗੀ ਨਾ, ਅਵਧ ਨੂੰ ਅੰਗਰੇਜ਼ਾਂ ਨੇ ਆਪਣੇ ਅੰਡਰ ਕੀਤਾ ਸੀਗਾ, ਕਿਸ ਚੀਜ਼ ਦਾ ਹਵਾਲਾ ਦੇ ਕੇ, ਮਾਲ ਐਡਮਿਨਿਸਟ੍ਰੇਸ਼ਨ, ਠੀਕ ਹੈ। ਕਿ ਗਲਤ ਤਰੀਕੇ ਨਾਲ ਜਿਹੜਾ ਅਵਧ ਦਾ ਨਵਾਬ ਹੈ ਉਹ ਗਲਤ ਤਰੀਕੇ ਨਾਲ ਸ਼ਾਸਨ ਕਰਦਾ ਪਿਆ, ਠੀਕ ਹੈ। ਤੇ ਮਾਲ ਐਡਮਿਨਿਸਟ੍ਰੇਸ਼ਨ ਦਾ ਇੱਕ ਕਹਿ ਲਓ ਇੱਕ ਬਹਾਨਾ ਜਿਹਾ ਮਾਰ ਕੇ ਇਹਨਾਂ ਨੇ, ਅੰਗਰੇਜ਼ਾਂ ਨੇ ਅਵਧ ਨੂੰ ਆਪਣੇ ਅੰਡਰ ਕਰ ਲਿਆ। ਤੇ ਇਹ ਕੁਐਸਚਨ 'ਚ ਕੀ ਪੁੱਛ ਰਿਹਾ ਕਿ ਬਈ ਕਿਹਨੇ ਅਸਿਸਟੈਂਸ ਨਹੀਂ ਪ੍ਰੋਵਾਈਡ ਕਰੀ ਸੀ ਅੰਗਰੇਜ਼ਾਂ ਨੂੰ ਇਸ ਰਿਵੋਲਟ ਨੂੰ ਸਪਰੈਸ ਕਰਨ ਦੀ। ਤੇ ਆਬਵੀਅਸ ਹੀ ਗੱਲ ਹੈ ਨਾ, ਅਵਧ ਵਾਲਿਆਂ ਦਾ ਧੱਕਾ ਹੋਇਆ ਸੀ ਤੇ ਇਹਨਾਂ ਨੇ ਤਾਂ ਕਰਕੇ ਰਿਵੋਲਟ ਨੂੰ ਸਪਰੈਸ ਕਰਨ ਲਈ ਅੰਗਰੇਜ਼ਾਂ ਦਾ ਸਾਥ ਨਹੀਂ ਦਿੱਤਾ ਸੀ, ਅੰਗਰੇਜ਼ਾਂ ਦੇ ਅਗੇਂਸਟ ਸੀਗੇ। ਤੇ ਇਸ ਕੁਐਸਚਨ ਦਾ ਰਾਈਟ ਆਂਸਰ ਕੀ ਹੋਏਗਾ ਜੀ, ਬੀ ਆਪਸ਼ਨ ਇਸ ਕੁਐਸਚਨ ਦਾ ਰਾਈਟ ਆਂਸਰ ਹੋ ਜਾਏਗਾ। ਸਮਝ ਗਏ ਮੇਰੀ ਗੱਲ। ਆਹ ਦੇਖੋ ਫੋਟੋ 'ਚ ਤੁਹਾਨੂੰ ਦਿਖ ਜਾਊਗਾ ਹੋਰ ਵੀ ਚੀਜ਼ਾਂ ਇੱਥੇ। ਇਹ ਆ ਗਿਆ ਆਪਣਾ, ਇਸ ਕਾਲਮ 'ਚ ਆ ਗਿਆ ਸੈਂਟਰ ਆਫ ਰਿਵੋਲਟ, ਇਹਦੇ 'ਚ ਆ ਗਿਆ ਲੀਡਰ, ਕਿਹੜਾ ਕਿੱਥੇ ਲੀਡਰ ਸੀਗਾ, ਤੇ ਇੱਥੇ ਆ ਗਿਆ ਕਿ ਕਿਹਨੇ ਉਸ ਰਿਵੋਲਟ ਨੂੰ ਸਪਰੈਸ ਕੀਤਾ ਸੀ। ਦਿੱਲੀ, ਬਨਾਰਸ, ਕਾਨਪੁਰ, ਝਾਂਸੀ, ਬਰੇਲੀ, ਅਵਧ, ਇਹ ਤੁਸੀਂ ਸਾਰੇ ਯਾਦ ਕਰ ਲੈਣੇ ਯਾਰ, ਠੀਕ ਹੈ। ਤੇ ਸਾਰੇ ਦੇ ਸਾਰੇ ਆਪਣੇ ਜਿਹੜੇ ਹੈਗੇ ਨਾ ਬੱਚੋ ਕੁਐਸਚਨ ਪੁਆਇੰਟ ਜਿਹੜੇ ਹੈਗੇ ਬਹੁਤ ਇੰਪੋਰਟੈਂਟ ਹੈ, ਕਿਸੇ ਨਾ ਕਿਸੇ ਐਗਜ਼ਾਮ 'ਚ ਤੁਹਾਨੂੰ ਦੇਖਣ 'ਚ ਜ਼ਰੂਰ ਮਿਲੂਗੇ, ਠੀਕ ਹੈ। ਅਗਲਾ ਕੁਐਸਚਨ, ਦ ਫਸਟ ਇੰਡੀਅਨ ਰੂਲਰਸ ਟੂ ਇਸ਼ੂ ਗੋਲਡ ਕੋਇਨਸ ਔਨ ਦ ਰੋਮਨ ਪੈਟਰਨ, ਔਨ ਦ रोमन पैटर्न। तो इस क्वेश्चन का राइट आंसर सीधा सीधा बड़ा फेमस क्वेश्चन ते बड़ा कॉमन जा क्वेश्चन है, इंडो ग्रीक्स इस क्वेश्चन का राइट आंसर है, ठीक है बच्चों, इंडो ग्रीक्स। अगला क्वेश्चन विच वन इज द फर्स्ट वेब ब्राउजर इन्वेंटेड इन 1990। हुण देखो ये तो सीधा सीधा क्वेश्चन है, आप इहनूं जस्ट एक तरीके का बाला च डिटेल च नहीं जाना, सीधा क्वेश्चन सीधा आंसर। इसदा आंसर है डी ऑप्शन, नेक्सस। विच वन ऑफ द फॉलोइंग रिवर्स डज नॉट फॉल इन द गल्फ ऑफ खंबत। गल्फ ऑफ ਜਿਹੜੇ ਖੰਬਾਤ ਹੈ ਇਹ ਗੁਜਰਾਤ ਵਾਲੀ ਸਾਈਡ ਹੈ। ਇਹਨਾਂ ਚੋਂ ਕਿਹੜੀ ਨਦੀ ਜਿਹੜੀ ਹੈਗੀ, ਦੇਖੋ ਨੋਰਮਲੀ ਕੀ ਹੁੰਦਾ ਯਾਰ ਇੰਡੀਆ 'ਚ ਰਿਵਰਸ ਜਾਂ ਤਾਂ ਬੇ ਆਫ ਬੰਗਾਲ 'ਚ ਗਿਰਦੀਆਂ, ਇੱਧਰ ਆ ਗਿਆ ਆਪਣਾ ਬੇ ਆਫ ਬੰਗਾਲ, ਠੀਕ ਹੈ। ਤੇ ਇਸ ਸਾਈਡ ਕੀ ਆ ਗਿਆ ਆਪਣੀ, ਇਸ ਸਾਈਡ ਆ ਗਈ ਜੀ ਅਰੇਬੀਅਨ ਸੀ, ਕੀ ਆ ਗਈ ਅਰੇਬੀਅਨ ਸੀ ਆ ਗਈ। ਤੇ ਕੁਝ ਰਿਵਰਸ ਯਾਰ ਇਹ 'ਚ ਆ ਕੇ ਡਿੱਗਦੀਆਂ ਅਰੇਬੀਅਨ ਸੀ, ਤੇ ਕੁਝ ਗਿਰਦੀਆਂ ਜ਼ਿਆਦਾਤਰ ਰਿਵਰਸ 77% ਰਿਵਰਸ ਆਪਣਾ ਪਾਣੀ ਡਰੇਨ ਕਰਦੀਆਂ ਬੇ ਆਫ ਬੰਗਾਲ 'ਚ। तो इसी साइड जिथे मैं हरे पॉइंट लगाया ना, इसी साइड तुहानूं दिखूगा गल्फ ऑफ खंबात। तो इन्हां चों किहड़ी रिवर नहीं फॉल करती, देखो माही रिवर फॉल करती है, बिल्कुल करती है, साबरमती भी करती है, तापी भी करती है। तो किहड़ी नहीं करती, कोयना रिवर नहीं करती, ठीक है। आ देखो आ तुसीं मैप देखो, एक कृष्णा रिवर जिहड़ी हैगी है, जस्ट अ सेकेंड, दिस इज कृष्णा रिवर, ठीक है गाइज, दिस इज
कृष्णा रिवर ते कृष्णा रिवर दी एक आ देखो, जस्ट अ सेकंड, कृष्णा रिवर दी एक आ देखो, आ वाली रिवर ये हैगी कोयना रिवर। ਤੇ ਕੋਇਨਾ ਰਿਵਰ ਤਾਂ ਬਈ ਇੱਧਰ ਨੂੰ ਜਾ ਰਹੀ ਹੈ ਨਾ, ਕੋਇਨਾ ਰਿਵਰ ਤਾਂ ਇੱਧਰ ਨੂੰ ਆ ਰਹੀ ਹੈ, ਕ੍ਰਿਸ਼ਨਾ ਵਾਲੀ ਸਾਈਡ ਆ ਰਹੀ ਹੈ, ਤੇ ਆਬਵੀਅਸ ਗੱਲ ਹੈ ਤੇ ਕੋਇਨਾ ਕ੍ਰਿਸ਼ਨਾ ਵਾਲੀ ਸਾਈਡ ਆ ਰਹੀ ਹੈ ਤੇ ਇਹ ਜਾਊਗੀ ਕਿੱਥੇ, ਇਹ ਤਾਂ ਬੇ ਆਫ ਬੰਗਾਲ ਵਾਲੀ ਸਾਈਡ ਹੀ ਜਾਊਗੀ ਨਾ ਆਪਣੀ ਕ੍ਰਿਸ਼ਨਾ ਰਿਵਰ, ਤਾਂ ਕਰਕੇ ਇੱਧਰ ਤਾਂ ਜਾ ਨਹੀਂ ਰਹੀ, ਖੱਬੇ ਪਾਸੇ ਤਾਂ ਜਾ ਨਹੀਂ ਰਹੀ, ਸੱਜੇ ਪਾਸੇ ਜਾ ਰਹੀ ਹੈ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ, ਕੋਇਨਾ ਰਿਵਰ। ਕੋਇਨਾ ਰਿਵਰ ਕਿਹਦੀ ਟ੍ਰਿਬਿਊਟਰੀ ਹੈ, ਕ੍ਰਿਸ਼ਨਾ ਦੀ ਟ੍ਰਿਬਿਊਟਰੀ ਹੈ, ਤੇ ਬਾਕੀ ਤਿੰਨੋਂ ਜਿਹੜੀਆਂ ਹੈਗੀਆਂ ਉਹ ਕਿੱਥੇ ਗਿਰਦੀਆਂ ਜਾ ਕੇ ਗਲਫ ਆਫ ਖੰਬਤ ਚ, ਸਮਝ ਗਏ। ਓਕੇ, ਤੇ ਇੱਥੇ ਮਾਹੀ ਰਿਵਰ ਜਿਹੜੀ ਲਿਖੀ ਹੋਈ ਹੈ ਇਹਦੇ ਬਾਰੇ ਤੁਸੀਂ ਕੁਐਸਚਨ ਯਾਦ ਰੱਖ ਲੈਣਾ ਹੈ ਕਿ ਮਾਹੀ ਰਿਵਰ ਦੁਨੀਆ ਦੀ ਇਕਲੌਤੀ ਐਸੀ ਰਿਵਰ ਹੈ ਜਿਹੜੀ ਕਿ ਟ੍ਰੋਪਿਕ ਆਫ ਕੈਂਸਰ ਨੂੰ, ਕਿਹਦੀ ਗੱਲ ਕਰ ਰਿਹਾ ਮੈਂ, ਟ੍ਰੋਪਿਕ ਆਫ ਕੈਂਸਰ ਨੂੰ ਬੱਚਿਓ 2 ਵਾਰੀ ਕੱਟ ਕਰਦੀ ਹੈ, ਇੱਕ ਵਾਰੀ ਉੱਪਰ ਜਾਂਦੀ ਹੈ, ਇੱਕ ਵਾਰੀ ਥੱਲੇ ਆਉਂਦੀ ਹੈ, ਠੀਕ ਹੈ, ਇੱਕ ਵਾਰੀ ਉੱਪਰ ਜਾਂਦੀ, ਇੱਕ ਵਾਰੀ ਥੱਲੇ ਆਉਂਦੀ ਹੈ, ਠੀਕ ਹੈ। ਤੇ ਇਹ ਸੀਗਾ ਆਪਣੇ ਕੁਐਸਚਨ ਦਾ ਰਾਈਟ ਆਨਸਰ, ਕੋਇਨਾ ਰਿਵਰ। ਡਨ। ਨੈਕਸਟ ਕੁਐਸਚਨ, फाइंड आउट द रॉन्ग पेयर, मतलब ਹੁਣ ਇਹ ਚ ਕੀ ਹੈ ਯਾਰ, ਇਹਨਾਂ ਨੇ ਕੀ ਦਿੱਤਾ ਅਖਬਾਰ ਦਾ ਨਾਮ ਤੇ ਨਾਲ ਉਹਦਾ ਐਡੀਟਰ ਕੌਣ ਸੀ। ਕਾਮਰੇਡ ਮੌਲਾਨਾ ਮੁਹੰਮਦ ਅਲੀ ਬਿਲਕੁਲ ਸਹੀ ਹੈ। ਅਲ ਹਿਲਾਲ ਮੌਲਾਨਾ ਅਬੁਲ ਕਲਾਮ ਆਜ਼ਾਦ, ਬਾਈ ਇਹ ਵੀ ਬਿਲकुल ਸਹੀ ਹੈ। ਸੁਲਭ ਸਮਾਚਾਰ ਕੇਸ਼ਵ ਚੰਦਰ ਸੇਨ, ਹੁਣ ਦੇਖੋ ਇਹ ਵੀ ਸਹੀ ਹੈ। ਤੇ ਹੁਣ ਇਹਨਾਂ ਨੇ ਕੀ ਪੁੱਛਿਆ, ਇਹਨਾਂ ਨੇ ਰੌਂਗ ਪੇਅਰ ਪੁੱਛੇ ਹੈ ਨਾ, ਤੇ ਉਸ ਹਿਸਾਬ ਨਾਲ ਸਾਡੇ ਕੁਐਸਚਨ ਦਾ ਆਨਸਰ ਕੀ ਹੋਏਗਾ, ਸਮਾਚਾਰ ਚੰਦਰਿਕਾ ਰਾਜਾ ਰਾਮ ਮੋਹਨ ਰॉय ਨੇ ਨਹੀਂ ਲਿਖੀ। ਇਹ ਦੇਖੋ समाचार चंद्रिका बहुत वीकली न्यूज़पेपर है ना, वीकली न्यूज़पेपर ਸੀਗਾ 1822 ਚ ਇਹਨੂੰ ਪਬਲਿਸ਼ ਕਰਨਾ ਸ਼ੁਰੂ ਕੀਤਾ ਗਿਆ ਸੀ। ਤੇ ਕਿਹਦਾ ਅਖਬਾਰ ਹੈ, ਭਾਵਨੀ ਚਰਨ ਬੰਦੋਪਾਧਿਆਏ, ਭਾਵਨੀ ਚਰਨ ਬੰਦੋਪਾਧਿਆਏ। ਤੇ ਤੁਸੀਂ ਇੱਕ ਚੀਜ਼ ਯਾਦ ਰੱਖ ਲੈਣੀ ਹੈ, ਸਮਝ ਗਏ ਮੇਰੀ ਗੱਲ। ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਡੀ ਆਪਸ਼ਨ। The following region does not come under the territorial jurisdiction of Bombay High Court। देखो ਆਪਾਂ ਨੂੰ ਪਤਾ ਯਾਰ ਇਹ ਚੀਜ਼ ਕਿ ਇੰਡੀਆ 'ਚ ਜਿਹੜੀ ਹਾਈ ਕੋਰਟਸ ਹੈ ਉਹਨਾਂ ਨੂੰ ਸਟੇਟ ਤੇ ਯੂਟੀਜ਼, ਸਟੇਟਸ ਤੇ ਯੂਟੀਜ਼ ਆਪਸ 'ਚ ਕੀ ਕਰਦੀਆਂ, ਸ਼ੇਅਰ ਕਰਦੀਆਂ ਬਈ, ਠੀਕ ਹੈ, ਸਮਝ ਗਏ ਮੇਰੀ ਗੱਲ। ਤੇ ਇਸ ਕੁਐਸਚਨ ਦਾ ਜੇ ਆਪਾਂ ਦੇਖੀਏ ਨਾ ਰਾਈਟ ਆਨਸਰ ਕੀ ਹੈ, ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਡਸ ਨਾਟ ਪੁੱਛਿਆ ਨਾ ਉਹਨਾਂ ਨੇ, ਤੇ ਇਹਦਾ ਆਨਸਰ ਹੈ ਜੀ ਲਕਸ਼ਦੀਪ। ਲਕਸ਼ਦੀਪ ਨੂੰ ਕਿਹੜੀ ਹਾਈ ਕੋਰਟ ਪੈਂਦੀ ਹੈ, ਲਕਸ਼ਦੀਪ ਨੂੰ ਪੈਂਦੀ ਹੈ ਕੇਰਲਾ ਹਾਈ ਕੋਰਟ। ਕਿਹੜੀ ਹਾਈ ਕੋਰਟ, ਕੇਰਲਾ ਹਾਈ ਕੋਰਟ। ਅੱਛਾ, ਤੇ ਇੱਕ ਕੁਐਸਚਨ ਤੁਹਾਨੂੰ ਮੈਂ ਇੱਥੇ ਪੁੱਛਾਂ ਕਿ ਇਹ ਦੱਸੋ ਇੰਡੀਆ 'ਚ ਕਿਹੜੀ ਇਕਲੌਤੀ ਐਸੀ ਹਾਈ ਕੋਰਟ ਹੈ ਜੋ ਕਿਸੇ ਵੀ ਮਤਲਬ ਇਕਲੌਤੀ ਐਸੀ ਕਿਹੜੀ ਯੂਟੀ ਹੈ, ਯੂਨੀਅਨ ਟੈਰੀਟਰੀ, ਜਿਹੜੀ ਕਿ ਕਿਸੇ ਦੇ ਹੋਰ ਸਟੇਟ ਜਾਂ ਯੂਟੀ ਦੇ ਨਾਲ ਹਾਈ ਕੋਰਟ ਨੂੰ ਸ਼ੇਅਰ ਨਹੀਂ ਕਰਦੀ। ਇਸ ਕੁਐਸਚਨ ਦਾ ਆਨਸਰ ਜੇ ਤੁਹਾਨੂੰ ਪਤਾ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣਾ ਇਸ ਕੁਐਸਚਨ ਦਾ ਆਨਸਰ। ਓਕੇ, ਦ ਫਸਟ ਇੰਗਲਿਸ਼ਮੈਨ ਅਰਾਈਵਡ ਐਟ ਸੂਰਤ ਇਨ ਅਗਸਤ 1608 ਵਿਦ ਅ ਲੈਟਰ ਫਰੋਮ ਜੇਮਸ I ਰਿਕੁਐਸਟਿੰਗ ਦ ਮੁਗਲਸ ਫॉर ट्रेड एग्रीमेंट। 1608 ਚ ਬੜਾ ਹੀ ਕਾਮਨ ਕੁਐਸਚਨ ਹੈ। 1608 ਚ ਦੇਖੋ ਕੰਪਨੀ ਕਦੋਂ ਬਣੀ ਸੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ 31 ਦਸੰਬਰ ਸਨ 1600 ਚ ਬਣੀ ਸੀ। ਤੇ ਇਸੀ ਡੇਟ ਨੂੰ ਇਹਨਾਂ ਨੂੰ ਕੀ ਮਿਲਿਆ ਸੀ, ਰਾਇਲ ਚਾਰਟਰ ਮਿਲਿਆ ਸੀ ਮਹਾਰਾਣੀ ਵੱਲੋਂ, ਤਾਂ ਕਿ ਇੰਡੀਆ 'ਚ ਕੀ ਹੋਵੇ, ਇਹਨਾਂ ਦੀ ਮੋਨੋਪੋਲੀ ਹੋਵੇ ਟ੍ਰੇਡ ਕਰਨ 'ਚ, ਠੀਕ ਹੈ। ਤੇ ਬਾਈ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ, ਵਿਲੀਅਮ ਹੌਕਿੰਸ। ਇਹ ਵਿਲੀਅਮ ਹੌਕਿੰਸ ਕਿਹਦੀ ਕੋਰਟ 'ਚ ਆਇਆ ਸੀ, ਜਹਾਂਗੀਰ ਦੀ ਕੋਰਟ 'ਚ ਆਇਆ ਸੀ। ਤੇ ਜਹਾਂਗੀਰ ਨੇ ਹੀ ਇਹਨੂੰ ਕਿਸ ਚੀਜ਼ ਦਾ ਟਾਈਟਲ ਦਿੱਤਾ ਸੀ ਜਾਂ ਨਾਮ ਹੋਰ ਇਹਦਾ ਕੀ ਪਾਇਆ ਸੀ, ਇਹਦੀ ਭਾਸ਼ਾ ਤੋਂ ਇੰਪ੍ਰੈਸ ਹੋ ਗਏ। ਇਹਨੇ ਫਾਰਸੀ ਭਾਸ਼ਾ 'ਚ ਗੱਲ ਕੀਤੀ ਸੀ ਜਹਾਂਗੀਰ ਦੇ ਨਾਲ, ਤੇ ਜਹਾਂਗੀਰ ਨੇ ਇਹਨੂੰ ਕੀ ਕਿਹਾ ਸੀ, ਕੈਪਟਨ ਖਾਨ ਕਿਹਾ ਸੀ, ਠੀਕ ਹੈ। ਓਕੇ, ਹੂ ਅਮੰਗ ਦ ਫੋਲੋਇੰਗ ਅਪਾਇੰਟਸ ਇੰਡੀਆਜ਼ ਚੀਫ ਇਲੈਕਸ਼ਨ ਕਮਿਸ਼ਨਰ, ਬੜਾ ਕਾਮਨ ਕੁਐਸਚਨ ਹੈ, ਬੜਾ ਈਜ਼ੀ ਕੁਐਸਚਨ ਹੈ। ਪ੍ਰੈਜ਼ੀਡੈਂਟ ਆਫ ਇੰਡੀਆ। ਇਲੈਕਸ਼ਨ ਕਮਿਸ਼ਨ ਦੀ ਜੇ ਆਪਾਂ ਗੱਲ ਕਰੀਏ, ਪਾਰਟ 15 ਆਫ ਦ ਇੰਡੀਅਨ ਕਨਸਟੀਟਿਊਸ਼ਨ 'ਚ ਤੁਹਾਨੂੰ ਮਿਲੇਗਾ ਇਲੈਕਸ਼ਨ ਕਮਿਸ਼ਨ, ਠੀਕ ਹੈ। ਤੇ ਇੰਡੀਆ ਦੇ ਇਲੈਕਸ਼ਨ ਕਮਿਸ਼ਨ 'ਚ ਕੀ ਹੁੰਦਾ, ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੁੰਦਾ ਤੇ ਬਾਕੀ ਦੋ ਕੀ ਹੁੰਦੇ ਆ, ਇਲੈਕਸ਼ਨ ਕਮਿਸ਼ਨਰ। ਤੇ ਤਿੰਨਾਂ ਨੂੰ ਹੀ ਚੀਫ ਇਲੈਕਸ਼ਨ ਕਮਿਸ਼ਨਰ ਕਹਿ ਲਓ ਜਾਂ ਇਲੈਕਸ਼ਨ ਕਮਿਸ਼ਨਰ ਕਹਿ ਲਓ, ਤਿੰਨਾਂ ਨੂੰ ਕੌਣ ਅਪਾਇੰਟ ਕਰਦਾ ਹੈ, ਇੰਡੀਆ ਦਾ ਪ੍ਰੈਜ਼ੀਡੈਂਟ ਹੀ ਅਪਾਇੰਟ ਕਰਦਾ ਹੈ। ਤੇ ਜੇ ਮੈਂ ਕਹਾਂ ਹਟਾਇਆ ਕਿਵੇਂ ਜਾਂਦਾ ਹੈ, ਤੇ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਉਵੇਂ ਹਟਾਇਆ ਜਾਂਦਾ ਜਿਵੇਂ ਕਿਹਨੂੰ ਹਟਾਇਆ ਜਾਂਦਾ, ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜ ਨੂੰ ਹਟਾਇਆ ਜਾਂਦਾ, ਉਵੇਂ ਹਟਾਇਆ ਜਾਂਦਾ। ਜਿਹੜੇ ਬਾਕੀ ਦੋ ਇਲੈਕਸ਼ਨ ਕਮਿਸ਼ਨ ਹੁੰਦੇ ਆ ਇਹਨਾਂ ਨੂੰ ਹਟਾਇਆ ਜਾਂਦਾ ਪ੍ਰੈਜ਼ੀਡੈਂਟ ਦੇ ਦੁਆਰਾ। ਕਿਹਨਾਂ ਦੇ ਦੁਆਰਾ, ਪ੍ਰੈਜ਼ੀਡੈਂਟ ਦੇ ਦੁਆਰਾ। ਕਿਹਦੀ ਰਿਕਮੈਂਡੇਸ਼ਨ ਤੇ, ਚੀਫ ਇਲੈਕਸ਼ਨ ਕਮਿਸ਼ਨਰ ਦੀ ਰਿਕਮੈਂਡੇਸ਼ਨ ਤੇ ਹਟਾਇਆ ਜਾਂਦਾ ਇਹਨਾਂ ਨੂੰ, ਠੀਕ ਹੈ, ਸਮਝ ਗਏ ਮੇਰੀ ਗੱਲ। ਜੇ ਤੁਹਾਨੂੰ ਕਿਸੇ ਪੁਆਇੰਟ 'ਚ ਦਿੱਕਤ ਆ ਰਹੀ ਹੈ ਤਾਂ ਵੀਡੀਓ ਨੂੰ ਰਿਵਾਈਂਡ ਕਰਕੇ ਜਾਂ ਬੈਕ ਕਰਕੇ ਦੁਬਾਰਾ ਦੇਖੋ, ਇੱਕ ਦੋ ਵਾਰੀ ਸੁਣੋ, ਬੜੇ ਆਰਾਮ ਨਾਲ ਤੁਹਾਨੂੰ ਮਜ਼ੇ ਨਾਲ ਚੀਜ਼ਾਂ ਸਾਰੀਆਂ ਚੀਜ਼ਾਂ ਸਮਝ ਆ ਜਾਣਗੀਆਂ, ਠੀਕ ਹੈ। ਤੇ ਟੈਲੀਗ੍ਰਾਮ ਤੁਹਾਨੂੰ ਪਤਾ ਹੈ, ਇਸੇ ਨਾਮ ਤੋਂ ਮੇਰਾ ਟੈਲੀਗ੍ਰਾਮ ਚੈਨਲ ਵੀ ਹੈ, ਉਹਨੂੰ ਫੋਲੋ ਕਰ ਲਓ। ਤੇ ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰੋ, ਮੇਰੀ ਆਈਡੀ ਹੈ ਹੈਦਰ ਉਦਿਤ, HAIDERUDIT, ਉੱਤੇ ਫੋਲੋ ਕਰੋ। ਕੋਈ ਕੁਐਰੀ ਹੋਏਗੀ ਮੈਂ ਜਵਾਬ ਦਊਂਗਾ, ਜ਼ਰੂਰ ਦਊਂਗਾ ਜੀ। ਪ੍ਰੈਜ਼ੀਡੈਂਟਸ ਪਾਵਰ ਟੂ ਗ੍ਰਾਂਟ ਪਾਰਡਨ ਇਜ਼ ਡਿਫਾਈਨਡ ਅੰਡਰ ਵਿਚ ਆਰਟੀਕਲ ਆਫ ਦ ਇੰਡੀਅਨ ਕਨਸਟੀਟਿਊਸ਼ਨ।
ਪ੍ਰੈਜ਼ੀਡੈਂਟ ਆਫ ਇੰਡੀਆ ਦੇ ਦੇਖੋ ਪਾਰਡਨਿੰਗ ਪਾਵਰਸ ਹੁੰਦੀਆਂ ਅਕੋਰਡਿੰਗ ਟੂ ਆਰਟੀਕਲ ਨੰਬਰ 72 ਤੇ ਕਿੰਨੀ ਪਾਰਡਨਿੰਗ ਪਾਵਰਸ ਹੁੰਦੀਆਂ 5 ਪਾਰਡਨਿੰਗ ਪਾਵਰਸ ਹੁੰਦੀਆਂ ਕਿੰਨੀਆਂ 5 ਕਿਹੜੀ ਕਿਹੜੀ ਇੱਕ ਹੋਗੀ ਪਾਰਡਨ ਇੱਕ ਹੋਗੀ ਜੀ ਕਮਿਊਟੇਸ਼ਨ ਠੀਕ ਹੈ ਇੱਕ होगी रिप्राइव ठीक है एक होगी रिस्पाइट ते एक होगी रेमिशन ये 5 हो गई प्रेजिडेंट दी पार्डनिंग पावर्स पार्डन मतलब सज़ा पूरी तरीके नाल की कर देना माफ़ कर देना कम्यूटेशन मतलब सज़ा नूं कन्वर्ट कर देना रिप्राइव मतलब सज़ा ते स्टे लगा देना की लगा देना सज़ा ते स्टे लगा देना एक तरीके का रिस्पाइट ते रेमिशन रह गया रिस्पाइट ते रेमिशन रह गया तो जे मैं गल करा इत्थे रिस्पाइट दी रिस्पाइट की हुंदा सज़ा नूं घट करना बंदे दे बिहेवियर नूं देख के किहनूं देख के बिहेवियर नूं देख के ते रिमिशन दा मतलब इत्थे की हुंदा सज़ा घटाउणी बंदे दी मैडिकल कंडीशन नूं देख के ठीक है ओके 352 आर्टिकल ऑफ द इंडियन कॉन्स्टिट्यूशन किहदे नाल डील करदा बई ये डील करदा जी आप दी नैशनल एमरजेंसी देखो 3 पार्ट 18 इंडियन कॉन्स्टिट्यूशन दा ਇਹਦੇ ਚ ਨਾ ਆਰਟੀਕਲ ਆਂਦੇ ਇੱਕ ਤਾਂ ਇੰਪੋਰਟੈਂਟ 352 ਜਿਹੜਾ ਨੈਸ਼ਨਲ ਐਮਰਜੈਂਸੀ ਹੈ 356 ਕੀ ਹੈ ਬਾਈ ਸਟੇਟ ਐਮਰਜੈਂਸੀ ਤੇ 360 ਕੀ ਹੈ ਬਾਈ ਫਾਈਨੈਂਸ਼ੀਅਲ ਐਮਰਜੈਂਸੀ ਹੈ ਸਮਝ ਗਏ ਮੇਰੀ ਗੱਲ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਨੈਸ਼ਨਲ ਐਮਰਜੈਂਸੀ ਇਹ ਹੋ ਗਿਆ ਆਪਣਾ 356 ਡਨ ਓਕੇ ਵਿਚ ਆਫ ਦ ਫੋਲੋਇੰਗ ਦੇਖੋ ਆਹ ਕੁਐਸਚਨ ਨਾ ਸਸਟੇਨੇਬਲ ਡਿਵੈਲਪਮੈਂਟ ਗੋਲਸ ਤੇ ਹੈ UN ने ਕਿਹਾ ਸੀਗਾ 2015 ਚ ਕਿ ਅਸੀਂ 2030 ਤੱਕ 17 ਸਸਟੇਨੇਬਲ ਡਿਵੈਲਪਮੈਂਟ ਗੋਲਸ ਅਚੀਵ ਕਰਨੇ ਆ ਠੀਕ ਹੈ ਤੇ ਆਪਾਂ ਸਾਰਿਆਂ ਨੂੰ ਪਤਾ ਹੁੰਦਾ ਸਸਟੇਨੇਬਲ ਡਿਵੈਲਪਮੈਂਟ ਗੋਲਸ ਬਾਰੇ ਹੈ ਨਾ ਕੀ ਹੁੰਦਾ ਸਸਟੇਨੇਬਲ ਡਿਵੈਲਪਮੈਂਟ ਗੋਲ ਕਿ ਪ੍ਰੈਜ਼ੈਂਟ ਜਨਰੇਸ਼ਨ 'ਚ ਇਸ ਤਰੀਕੇ ਨਾਲ ਤਰੱਕੀ ਕਰੋ ਕਿ ਫਿਊਚਰ ਜਨਰੇਸ਼ਨ ਲਈ ਰਿਸੋਰਸਿਸ ਬਚਾ ਸਕੀਏ ਅਸੀਂ ਹੈ ਨਾ ਤੇ ਇਹ ਬੱਚੇ ਕੀ ਕਰਦੇ ਆ ਨਾ ਇਹਨੂੰ ਇੰਨਾ ਕੁ ਪੜ੍ਹ ਲੈਂਦੇ ਜਿੰਨਾ ਕੁ ਤੁਹਾਨੂੰ ਦੱਸਿਆ ਮੈਂ ਇਹਦੇ ਜਿਹੜੇ 17 ਗੋਲ ਹੈ ਨਾ SDG 1 SDG 2 3 ਇਹ ਸਾਰੇ ਆਪਾਂ ਯਾਦ ਕਰਨੇ ਆ ਠੀਕ ਹੈ ਸਾਰੇ ਦੇ ਸਾਰੇ ਹਜੇ PPSC ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਹੋਇਆ ਸੀ ਉਹਦੇ ਚ ਆਇਆ ਸੀ ਕੁਐਸਚਨ SDG ਤੇ ਠੀਕ ਹੈ ਤੇ ਆ ਹੈਗੇ ਸਾਡੇ 17 ਦੇ 17 SDGs ਸਕਰੀਨਸ਼ਾਟ ਲਓ PDF ਡਾਊਨਲੋਡ ਕਰੋ ਜੋ ਮਰਜ਼ੀ ਕਰੋ ਇਹਨੂੰ ਰੱਟ ਲਓ ਚੰਗੀ ਤਰ੍ਹਾਂ 1 2 3 4 5 6 7 8 9 10 11 12 13 14 15 16 17 ਸਾਰੇ ਯਾਦ ਕਰਨੇ ਤੁਸੀਂ ਤੇ ਜੇ ਮੈਂ ਇਸ ਕੁਐਸਚਨ ਦੀ ਗੱਲ ਕਰਾਂ ਇੱਥੇ ਕਿਹਦੀ ਗੱਲ ਹੋ ਰਹੀ ਹੈ ਯਾਰ ਕਲਾਈਮੇਟ ਐਕਸ਼ਨ ਦੀ ਗੱਲ ਹੋ ਰਹੀ ਹੈ ਨਾ ਤੇ ਆਹ ਦੇਖੋ 13ਵਾਂ ਗੋਲ ਦੇਖੋ ਇੱਥੇ ਠੀਕ ਹੈ ਕਲਾਈਮੇਟ ਐਕਸ਼ਨ ਤੋਂ ਰਿਲੇਟ ਕਰਦਾ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ A ਆਪਸ਼ਨ ਨੈਕਸਟ ਕੁਐਸਚਨ ਅਟਪਕਾ ਬਰਡ ਸੈਂਚੁਰੀ ਇਜ਼ ਲੋਕੇਟਡ ਇਨ ਵਿਚ ਆਫ ਦ ਫੋਲੋਇੰਗ ਸਟੇਟਸ ਆਫ ਇੰਡੀਆ ਦੇਖੋ PPSC ਦੇ ਨਾਇਬ ਤਹਿਸੀਲਦਾਰ ਚ ਨਾ ਕੁਐਸਚਨ ਆਏ ਸੀਗੇ ਬਰਡ ਸੈਂਚੁਰੀ ਚੋਂ ਤਾਂ ਮੈਂ ਇੱਕ ਕੁਐਸਚਨ ਇੱਥੇ ਰੱਖਿਆ ਬਰਡ ਸੈਂਚੁਰੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਆਂਧਰਾ ਪ੍ਰਦੇਸ਼ ਇਹਦੇ ਨੇੜੇ ਤੇੜੇ ਤੁਹਾਨੂੰ ਇੱਕ ਲੇਕ ਵੀ ਮਿਲੂਗੀ ਮਤਲਬ ਇਸ ਜਿਹੜੀ ਸੈਂਚੁਰੀ ਤੋਂ ਕ੍ਰਾਸ ਕਰਦੀ ਹੈ ਕੋਲੇਰੂ ਲੇਕ ਇੰਪੋਰਟੈਂਟ ਪੁਆਇੰਟ ਹੈ ਯਾਦ ਰੱਖਣਾ ਬੱਚਿਓ okay why are metals such as potassium and sodium kept immersed in kerosene simple answer A option they react so vigorously that they can catch fire if kept in open martyr of Guru Arjan Dev Ji is mentioned in which of the following book sorry ਦੇਖੋ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਤੇ ਪਹਿਲੇ ਸਿੱਖ ਗੁਰੂ ਜਿਹੜੇ ਸ਼ਹੀਦ ਹੋਏ ਸੀ ਤੇ ਇਸ ਕੁਐਸਚਨ ਦਾ ਰਾਈਟ ਤੇ ਕਿਹਦੇ ਟਾਈਮ ਤੇ ਹੋਏ ਸੀ ਸ਼ਹੀਦ ਜਹਾਂਗੀਰ ਦੇ ਟਾਈਮ ਤੇ ਠੀਕ ਹੈ ਉਸ ਤੋਂ ਬਾਅਦ ਹੀ ਮੁਗਲਾਂ ਤੇ ਸਿੱਖਾਂ ਦੇ ਆਪ ਤੁਸੀਂ ਕਹ ਲਓ ਇੱਕ ਖਰਾਬ ਰਿਲੇਸ਼ਨ ਦਾ ਦੌਰ ਸਟਾਰਟ ਹੋ ਗਿਆ ਸੀ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਤੁਜ਼ੂਕੇ ਜਹਾਂਗੀਰੀ ਅਗਲਾ ਕੁਐਸਚਨ ਅਟੈਕ ਆਫ ਅਹਿਮਦ ਸ਼ਾਹ ਅਬਦਾਲੀ ਇਹ ਬਹੁਤ ਵਧੀਆ ਕੁਐਸਚਨ ਹੈ ਤੁਹਾਨੂੰ ਈਜ਼ੀਲੀ ਨੈਟ ਤੇ ਵੀ ਨਹੀਂ ਮਿਲੂਗਾ ਕਿਸੇ ਕਿਤਾਬ 'ਚ ਵੀ ਬਹੁਤ ਹੀ ਘੱਟ ਮਿਲੂਗਾ ਅਟੈਕ ਆਫ ਅਹਿਮਦ ਸ਼ਾਹ ਅਬਦਾਲੀ ਆਰ ਮੈਂਸ਼ਨਡ ਇਨ ਵਿਚ ਆਫ ਦ ਫੋਲੋਇੰਗ ਬੁੱਕ ਕਿਹੜੀ ਕਿਤਾਬ 'ਚ ਮੈਂਸ਼ਨ ਕੀਤਾ ਜਾਂਦਾ ਜੀ ਦੇਖੋ ਤੇ ਦੇਖੋ ਇੱਥੇ ਕੀ ਲਿਖਿਆ ਹੋਇਆ ਹੈ ਸ਼ਾਹ ਮੁਹੰਮਦ 1780 to 1862 was a Punjabi poet who lived during the reign of Maharaja Ranjit Singh and is best known for his book Jangnama the book of war written around 1846 which depicts the first Anglo-Sikh war that took place after the death of Maharaja Ranjit Singh in 1839 ਤੇ ਇਹੀ ਕਿਤਾਬ ਕਿਹਦੇ ਬਾਰੇ ਮੈਂਸ਼ਨ ਕਰਦੀ ਹੈ ਅਹਿਮਦ ਸ਼ਾਹ ਅਬਦਾਲੀ ਦੇ ਅਟੈਕ ਬਾਰੇ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਜੀ D option ਜੰਗਨਾਮਾ who is the author of ਜ਼ਫਰਨਾਮਾ ਹੈ ਰਣਜੀਤ ਸਿੰਘ ਤੇ ਦੇਖੋ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੈ ਦੀਵਾਨ ਅਮਰਨਾਥ ਹੈਗਾ ਇਸ ਕੁਐਸਚਨ ਦਾ ਰਾਈਟ ਆਨਸਰ A ਆਪਸ਼ਨ ਠੀਕ ਹੈ ਅਗਲਾ ਲਾਸਟ ਕੁਐਸਚਨ ਹੈ ਸਾਡੇ ਅੱਜ ਦਾ who is the pioneer of ਪੰਜਾਬੀ ਲਿਟਰੇਚਰ IC ਨੰਦਾ ਯਾਰ ਬੜਾ ਫੇਮਸ ਕੁਐਸਚਨ ਹੈ ਬੜਾ ਇੰਪੋਰਟੈਂਟ ਕੁਐਸਚਨ ਵੀ ਹੈ ਬੱਚੇ ਸਕਿਪ ਕਰ ਜਾਂਦੇ ਆ ਪਰ ਸਕਿਪ ਨਹੀਂ ਕਰਨਾ ਅਸੀਂ ਕਰ ਲਿਆ who is the pioneer of ਪੰਜਾਬੀ ਲਿਟਰੇਚਰ IC Nanda. Ishwar Chandra Nanda was an Indian dramatist. He is known as the father
ਫਾਦਰ ਆਫ ਪੰਜਾਬੀ ਡਰਾਮਾ। ਪਾਇਨੀਅਰ ਆਫ ਪੰਜਾਬੀ ਥੀਏਟਰ ਕਹਿ ਲਓ ਜਾਂ ਫਾਦਰ ਆਫ ਪੰਜਾਬੀ ਡਰਾਮਾ, ਦੋਨੋਂ ਕੁਐਸਚਨ ਦਾ ਆਨਸਰ ਇੱਕੋ ਹੀ ਹੈ, ਆਈਸੀ ਨੰਦਾ। ਠੀਕ ਹੈ, ਤੇ ਇਹ ਆਪਣੇ ਹੋ ਗਏ ਬਈ 20 ਕੁਐਸਚਨਸ ਕੰਪਲੀਟ ਆਈ ਗੈਸ। ਠੀਕ ਹੈ, ਤੇ ਆਪਾਂ ਸਾਰੇ ਕੁਐਸਚਨਸ ਕਰ ਲਏ ਹੈ। ਆਈ ਹੋਪ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਆ ਹੋਊਗਾ। ਜੇ ਪਸੰਦ ਆਈ ਤਾਂ ਲਾਈਕ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਠੀਕ ਹੈ, ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ, ਮੈਨੂੰ ਸਪੋਰਟ ਦੀ ਜ਼ਰੂਰਤ ਹੈ ਤੁਹਾਡੇ, ਤੇ ਜਿੰਨਾ ਤੁਸੀਂ ਸਪੋਰਟ ਕਰੋਗੇ ਉਨਾ ਮੈਨੂੰ ਕੌਨਫੀਡੈਂਸ ਆਊਗਾ ਕਿ ਮੈਂ ਹੋਰ ਵਧੀਆ ਕੰਟੈਂਟ ਲੈ ਕੇ ਆਵਾਂ ਤੁਹਾਡੇ ਲਈ। ਠੀਕ ਹੈ, ਤੇ ਖਤਮ ਕਰਦੇ ਹਾਂ ਆਪਾਂ ਵੀਡੀਓ। ਥੈਂਕ ਯੂ ਸੋ ਮਚ। ਤੁਹਾਨੂੰ ਮਿਲਦੇ ਹਾਂ ਜਲਦੀ ਅਗਲੀ ਵੀਡੀਓ 'ਚ। ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ ਜੀ।